13ਵੀਂ पौड़ी दूजी। गुर सिख है पीर पीर हो कोई, शब्द सुरत चेला गुरु परमेश्वर सोई। वाहिगुरु जी का खालसा वाहिगुरु जी की फतेह। पौड़ी गुर सिख है पीर पीर हो कोई। ਭਾਈ ਗੁਰਦਾਸ ਜੀ ਇਸ ਦੂਜੀ ਪੌੜੀ ਦੇ ਵਿੱਚ ਇੱਕ ਐਸੀ ਦ੍ਰਿਸ਼ਟ ਆਪਾਂ ਨੂੰ ਸਾਹਮਣੇ ਰੱਖਦੇ ਹਨ ਜੋ ਕੇਵਲ ਤੇ ਕੇਵਲ ਗੁਰਸਿੱਖੀ ਵਿੱਚ ਹੀ ਹੁੰਦਾ ਹੈ। ਹੋਰ ਕੋਈ ਧਰਮ ਜਾਂ ਕੋਈ ਹੋਰ ਵੀ ਜਿਹੜੇ ਬਿਲੀਵਸ ਹਨ, ਫੇਥ ਹਨ, ਉਹਨਾਂ ਵਿੱਚ ਜਿਹੜਾ ਮਾਸਟਰ ਹਮੇਸ਼ਾ ਹੀ ਮਾਸਟਰ ਹੈ, ਡਿਸਾਈਪਲ ਹੀ ਰਹਿੰਦਾ ਹੈ, ਸਲੇਵ ਹੀ ਰਹਿੰਦਾ ਹੈ। ਉਹਨਾਂ ਦਾ ਜਿਹੜਾ ਹੈ ਪ੍ਰੋਗਰੈਸ਼ਨ ਬਿਲਕੁਲ ਨਹੀਂ ਹੁੰਦਾ। ਜਿਹੜਾ ਗੁਰੂ ਹੈ ਜਾਂ ਜਿਹੜਾ ਪ੍ਰੋਫਿਟ ਹੋ ਜਾਂਦਾ ਹੈ ਉਹ ਪ੍ਰੋਫਿਟ ਰਹਿੰਦਾ ਹੈ ਤੇ ਚੇਲੇ ਹੀ ਰਹਿ ਜਾਂਦੇ ਨੇ। ਪਰ ਗੁਰਸਿੱਖੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਐਸੀ ਮਿਹਰ ਕੀਤੀ ਜਿਹਦੀ ਮਿਹਰ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਗੁਰਸਿੱਖੋਂ ਗੁਰਸਿੱਖ ਹੈ। ਦੇਖੋ, ਜਦੋਂ ਕੋਈ ਗੁਰੂ ਹੋਵੇ ਉਹਦੀ ਸਿੱਖੀ ਧਾਰਨ ਕਰਨੀ ਹਰ ਕੋਈ ਧਾਰਨ ਕਰ ਸਕਦਾ ਹੈ। ਗੁਰੂ ਤੋਂ ਸਿੱਖ ਬਣਦੇ ਹਨ ਤੇ ਗੁਰੂ ਸਿੱਖ ਬਣਨਾ ਸਿਰਫ ਇੱਕ ਗੁਰੂ ਨੂੰ ਧਾਰਨ ਕਰਨ ਵਾਲੀ ਗੱਲ ਹੈ, ਜੋ ਪਿਛਲੇ ਸਤਯੁਗ ਤੋਂ ਲੈ ਕੇ ਦੁਆਪਰ ਤੱਕ ਇਹ ਹੁੰਦਾ ਆਇਆ ਹੈ। ਵਿਸ਼ਿਸ਼ਟ ਵਰਗੇ ਗੁਰੂ ਹੋਏ, ਵਿਸ਼ਵਾਮਿੱਤਰ ਵਰਗੇ ਗੁਰੂ ਹੋਏ, ਅਗਸਤ ਮੁਨੀ ਵਰਗੇ ਹੋਏ, ਬਹੁਤ ਸਾਰੇ ਹਨ, ਕਪਲ ਮੁਨੀ ਵਰਗੇ, ਸੋ ਕਿੰਨੇ ਹੀ ਹਨ। ਪਰ ਦੇਖੋ, ਉਹ ਹਮੇਸ਼ਾ ਗੁਰੂ ਰਹੇ ਹਨ, ਉਹਨਾਂ ਦੇ ਚੇਲੇ ਹੀ ਰਹੇ ਹਨ। ਪਰ ਇੱਥੇ ਜਿਹੜੀ ਗੱਲ ਭਾਈ ਗੁਰਦਾਸ ਜੀ ਆਪਾਂ ਨੂੰ ਦੱਸ ਰਹੇ ਹਨ, ਕਹਿੰਦੇ ਦੇਖੋ, ਗੁਰਸਿੱਖੀ ਜਿਹੜੀ ਹੈ, ਗੁਰੂ ਨੂੰ ਧਾਰਨ ਕਰਨਾ, ਸਿੱਖ ਬਣਨਾ ਕੋਈ ਔਖੀ ਗੱਲ ਨਹੀਂ, ਹਰ ਵੇਲੇ ਹੁੰਦਾ ਆਇਆ ਹੈ। ਪਰ ਜਦੋਂ ਪਰਮੇਸ਼ਰ ਆਪ ਗੁਰੂ ਨਾਨਕ ਹੋ ਕੇ ਪ੍ਰਗਟ ਹੋਇਆ ਤਾਂ ਕਹਿੰਦੇ ਪੀਰ ਪੀਰੋਂ ਕੋਈ, ਪਰ ਕੋਈ ਵਿਰਲਾ ਹੀ ਹੈ, ਵਿਰਲਾ ਹੀ ਉਹ ਧਰਮ ਹੈ, ਵਿਰਲਾ ਹੀ ਉਹ ਫੇਥ ਹੈ ਜਿਹਦੇ ਵਿੱਚ ਚੇਲਾ ਗੁਰੂ ਬਣ ਜਾਂਦਾ ਹੈ। ਪੀਰੋ ਕੋਈ। ਦੇਖੋ, ਐਸਾ ਜਿਹੜਾ ਹੈ, ਹੁਣ ਇੱਥੇ ਇਹ ਪੀਰੋ ਭਾਈ ਇਹਦੇ ਵਿੱਚ ਜਾਂ ਕੋਈ ਇਹਦੇ ਵਿੱਚ ਹੁਣ ਇੱਕ ਗੱਲ ਆਉਂਦੀ ਹੈ। ਦੇਖੋ, ਸਿੱਖ ਕਿੰਨੇ ਹੋਏ, ਇੱਕੋ ਇੱਕ ਭਾਈ ਲਹਿਣਾ ਸੀ ਜੋ ਗੁਰੂ ਨਾਨਕ ਦਾ ਸਰੂਪ ਹੋ ਕੇ ਪ੍ਰਗਟ ਹੋਇਆ। ਹੁਣ ਦੇਖੋ, ਸਿੱਖ ਤਾਂ ਬਹੁਤ ਨੇ, ਸਿੱਖਾਂ ਦੇ ਵਿੱਚ ਸਿੱਖੀ ਵੀ ਬਹੁਤ ਸੀਗੀ, ਉਹ ਪੱਕੇ ਗੁਰਸਿੱਖ ਵੀ ਸਨ, ਗੁਰੂ ਦਾ ਹੁਕਮ ਵੀ ਮੰਨਣ ਵਾਲੇ ਸਨ। ਪਰ ਦੇਖੋ, ਜਿਹੜਾ ਭਾਈ ਲਹਿਣੇ ਨੇ ਹੁਕਮ ਮੰਨਿਆ, ਜਿਹੜਾ ਕਿ ਭਾਈ ਲਹਿਣੇ ਨੇ ਗੁਰੂ ਨਾਨਕ ਦੀ ਖੁਸ਼ੀ ਪ੍ਰਾਪਤ ਕੀਤੀ, ਉਹ ਕੋਈ ਸਿੱਖ ਨਾ ਕਰ ਸਕਿਆ। ਦੇਖੋ, ਇਸ ਕਰਕੇ ਪੀਰੋ ਕੋਈ, ਇਸ ਕਰਕੇ ਗੁਰੂ ਨਾਨਕ ਦਾ ਸਰੂਪ ਬਣਨ ਵਾਸਤੇ ਕੇਵਲ ਤੇ ਕੇਵਲ ਭਾਈ ਲਹਿਣਾ ਜੀ ਹੀ ਨਿਤਰੇ, ਜਿਹੜੇ ਗੁਰੂ ਅੰਗਦ ਹੋ ਕੇ ਪ੍ਰਗਟ ਹੋਏ। ਭਾਈ ਗੁਰਦਾਸ ਜੀ ਹੁਣ ਅਗਲੀ ਸੈਕੰਡ ਲਾਈਨ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਹਨ, ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ। ਸ਼ਬਦ ਸੁਰਤ ਦਾ ਇੱਕ ਮੇਲ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸਿੱਧ ਗੋਸ਼ਟ ਦੇ ਸ਼ਬਦ ਹਨ। ਹੁਣ ਇੱਕ ਤਾਂ ਸ਼ਬਦ ਹੈ, ਇਹ ਸ਼ਬਦ ਗੁਰੂ ਹੈ, ਸੁਰਤ ਉਸ ਦਾ ਚੇਲਾ ਹੈ। ਸੁਰਤ ਕੀ ਹੈ? ਕੌਨਸੈਂਟਰੇਸ਼ਨ, ਆਪਣਾ ਫੋਕਸ। ਗੁਰੂ ਸ਼ਬਦ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਕਿ ਇਹ ਇੱਕ ਰਿਸ਼ਤਾ ਕਾਇਮ ਕੀਤਾ ਹੈ, ਕਹਿੰਦੇ ਜਿਸ ਤਰ੍ਹਾਂ ਇੱਕ ਗੁਰੂ ਤੇ ਸਿੱਖ ਦਾ ਫਿਜ਼ੀਕਲ ਇੱਕ ਰਿਸ਼ਤਾ ਹੈ, ਜੋ ਇੱਕ ਗੁਰੂ ਹੁੰਦਾ ਉਹਦੀ ਸਿੱਖਿਆ ਨੂੰ ਸਿੱਖ ਲੈਂਦਾ ਹੈ, ਪਰ ਕਹਿੰਦੇ ਇੱਕ ਅੰਦਰੂਨੀ ਵੀ ਰਿਸ਼ਤਾ ਹੈ ਜਿਹਦੇ ਵਿੱਚ ਸ਼ਬਦ ਤੇ ਸੁਰਤ ਹੁੰਦੀ ਹੈ। ਸ਼ਬਦ ਨੇ ਗੁਰੂ ਹੋਣਾ ਹੈ ਤੇ ਸੁਰਤ ਨੇ ਉਸ ਦਾ ਚੇਲਾ ਬਣਨਾ ਹੈ। ਸੋ ਇਸ ਕਰਕੇ ਸ਼ਬਦ ਵਿੱਚ ਸੁਰਤੀ ਨੂੰ ਜੋੜਨਾ, ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਜਿਹੜਾ ਹਨ ਗਿਆਨ ਨੂੰ ਪ੍ਰਾਪਤ ਕਰਨਾ, ਇਹ ਸੁਰਤ ਦਾ ਕੰਮ ਹੈ। ਸੁਰਤ ਨੂੰ ਚੇਲਾ ਬਣਾਉਣਾ ਪਵੇਗਾ। ਹੁਣ ਸਿੱਖ ਸਿਰਫ ਬੋਡੀ ਕਰਕੇ ਕੋਈ ਸਿੱਖ ਨਹੀਂ ਬਣਦਾ। ਗੁਰੂ ਨਾਨਕ ਦੀ ਸਿੱਖੀ ਇਹ ਹੈ ਕਿ ਅੰਦਰੋਂ ਵੀ ਸਿੱਖ ਹੋਣਾ ਚਾਹੀਦਾ ਹੈ। ਇੱਥੋਂ ਤੱਕ ਆਪਣੀ ਸੁਰਤੀ ਨੂੰ ਸਿੱਖ ਬਣਾਉਣਾ ਹੈ। ਗੁਰੂ ਸ਼ਬਦ ਕਰਕੇ ਆਪਾਂ ਮੰਨਣਾ ਹੈ, ਗੁਰੂ ਹੀ ਸ਼ਬਦ ਹੈ, ਉਹ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਜੋੜਨਾ ਹੈ। ਸੋ ਇਸ ਕਰਕੇ ਗੁਰੂ ਪਰਮੇਸ਼ਰ ਸੋਈ, ਕਿਉਂਕਿ ਗੁਰੂ ਨਾਨਕ ਉਹ ਗੁਰੂ ਹੈ ਜਿਹੜਾ ਪਰਮੇਸ਼ਰ ਆਪ ਹੈ। ਇਸ ਦੇ ਵਿੱਚ ਨਿਸ਼ਚਾ ਭਰੋਸਾ ਰੱਖਣਾ ਹੈ, ਕਿਤੇ ਵੀ ਨਹੀਂ ਜਾਣਨਾ ਕਿ ਗੁਰੂ ਨਾਨਕ ਹੋਰ ਹੈ, ਪਰਮੇਸ਼ਰ ਹੋਰ ਹੈ। ਇੱਥੇ ਦੇਖੋ, ਪ੍ਰਤੱਖ ਭਾਈ ਗੁਰਦਾਸ ਨੇ ਕਲੀਅਰਲੀ ਲਿਖ ਦਿੱਤਾ, ਗੁਰੂ ਪਰਮੇਸ਼ਰ ਸੋਈ, ਉਹ ਗੁਰੂ ਨਾਨਕ ਪਰਮੇਸ਼ਰ ਆਪ ਹੈ। ਇਹ ਜੇ ਭਰੋਸਾ ਕਿਤੇ ਨਾ ਬਣਿਆ ਹੋਵੇ ਤਾਂ ਫਿਰ ਉਹ ਸ਼ਬਦ ਵਿੱਚ ਸੁਰਤੀ ਜਿਹੜੀ ਚੇਲਾ ਬਣ ਕੇ ਉਸ ਦੇ ਨਾਲ ਨਹੀਂ ਜੁੜ ਸਕਦੀ। ਸਰੀਰ ਕਰਕੇ ਭਾਵੇਂ ਆਪਾਂ ਗੁਰੂ ਨੂੰ ਗੁਰੂ ਧਾਰਨ ਕਰ ਲਈਏ,
ਪਰ ਕਹਿੰਦੇ ਅਸਲ ਸਿੱਖ ਤਾਂ ਉਹੀ ਹੈ ਜਿਹਨੇ ਆਪਣੇ ਗੁਰੂ ਨੂੰ ਪਰਮੇਸ਼ਰ ਕਰਕੇ ਜਾਣਿਆ ਹੈ, ਜਿਹਨੇ ਪਰਮੇਸ਼ਰ ਕਰਕੇ ਸੇਵਾ ਕੀਤੀ ਹੈ, ਜਿਹਨੇ ਗੁਰੂ ਨੂੰ ਸਭ ਕੁਝ ਜਾਣਿਆ ਹੈ, ਆਪਣੇ ਆਪ ਨੂੰ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ। ਇਸ ਕਰਕੇ ਦੇਖੋ ਗੁਰੂ ਮਹਾਰਾਜ ਦੀਆਂ ਰਹਿਮਤਾਂ ਕੈਸੀਆਂ ਨੇ। ਮਹਾਰਾਜ ਨੇ ਦੇਖੋ ਜੰਗ ਕੀਤੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜੰਗ ਕੀਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੰਗ ਕੀਤੇ। ਜੰਗ ਦੇ ਵਿੱਚ ਦੇਖੋ ਮਹਾਰਾਜ ਨੇ ਇੱਕੋ ਇੱਕ ਉਪਦੇਸ਼ ਦਿਆ ਕਰਦੇ ਸਨ। ਇੱਕ ਤਾਂ ਇੱਕ ਲੋਕਾਚਾਰੀ ਹੈ, ਜਿਹੜਾ ਸੂਰਮਾ ਕੋਈ ਬਹਾਦਰੀ ਨਾਲ ਲੜ ਕੇ ਰਣ ਭੂਮੀ ਵਿੱਚ ਸ਼ਹੀਦੀ ਪਾਉਂਦਾ ਹੈ, ਉਹਨੂੰ ਸਵਰਗ ਮਿਲਦੇ ਨੇ। ਪਰ ਜਿਹੜਾ ਗੁਰਸਿੱਖ ਆਪਣੇ ਆਪ ਨੂੰ ਗੁਰੂ ਤੋਂ ਨਿਸ਼ਾਵਰ ਕਰਦਾ ਹੈ, ਨਿਸ਼ਕਾਮਤਾ ਰੱਖਦਾ ਹੈ, ਜਦੋਂ ਉਹ ਸ਼ਹੀਦ ਹੁੰਦਾ ਉਹ ਗੁਰੂ ਨਾਲ ਜਾ ਮਿਲਦਾ ਹੈ। ਦੇਖੋ ਇਹ ਰਿਸ਼ਤਾ ਜਿਹੜਾ ਕੈਸਾ ਮਹਾਰਾਜ ਨੇ ਬਣਾਇਆ, ਇਹ ਉਹੀ ਹੈ ਤੇ ਇਹ ਉਹੀ ਮੁਮਕਿਨ ਹੋਵੇਗਾ। ਉਹੀ ਸਿੱਖ ਆਪਣੀ ਸਿੱਖੀ ਨੂੰ ਕਾਇਮ ਰੱਖ ਸਕਦਾ ਹੈ ਜਿਹਨੇ ਗੁਰੂ ਨਾਨਕ ਨੂੰ ਪਰਮੇਸ਼ਰ ਜਾਣਿਆ, ਜਿਨ੍ਹਾਂ ਨੇ ਪਰਮੇਸ਼ਰ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਫਰਕ ਨਾ ਸਮਝਿਆ ਹੋਵੇ, ਉਹਨੂੰ ਅਲਟੀਮੇਟ ਪਰਮਾਤਮਾ ਹੀ ਜਾਣਿਆ ਹੋਵੇ। ਸਿੱਖੀ ਤਾਂ ਹੀ ਕਾਇਮ ਰਹਿੰਦੀ ਹੈ। ਦਰਸ਼ਨ ਦਿਸਤ ਧਿਆਨ ਧਰ ਗੁਰ ਮੂਰਤ ਹੋਏ। ਦੇਖੋ ਇੱਕ ਹੁਣ ਦਰਸ਼ਨ ਹੈ, ਇੱਕ ਦ੍ਰਿਸ਼ਟ ਹੈ। ਇੱਕ ਉਹ ਚੀਜ਼ ਹੈ ਜਿਹਨੂੰ ਆਪਾਂ ਦੇਖਦੇ ਹਾਂ, ਜਿਵੇਂ ਹੁਣ ਗੁਰੂ ਹੈ, ਗੁਰੂ ਨੂੰ ਆਪਾਂ ਦੇਖਦੇ ਹਾਂ, ਪਰ ਦੇਖਦੇ ਕਿਵੇਂ ਹਾਂ? ਵਿਸ਼ਨ ਦੇ ਨਾਲ ਆਪਾਂ ਦੇਖਦੇ ਹਾਂ। ਇਸ ਕਰਕੇ ਦਰਸ਼ਨ ਤੇ ਦ੍ਰਿਸ਼ਟ ਹੈ, ਇਹ ਫਿਰ ਦੋ ਹੋ ਗਏ। ਜਿਵੇਂ ਸ਼ਬਦ ਤੇ ਸੁਰਤ ਪਹਿਲਾਂ ਸੀ, ਹੁਣ ਇਹ ਦਰਸ਼ਨ ਤੇ ਦ੍ਰਿਸ਼ਟ ਹੈ। ਇਹ ਦਰਸ਼ਨ ਤੇ ਦ੍ਰਿਸ਼ਟ ਜਿਹੜੀ ਹੈ, ਹੁਣ ਦ੍ਰਿਸ਼ਟੀ ਗੁਰੂ ਤੇ ਰੱਖਣੀ ਹੈ। ਦ੍ਰਿਸ਼ਟੀ ਜਿਹੜੀ ਹੈ ਗੁਰੂ ਵੱਲ ਦੇਖਦੇ ਰਹਿਣਾ ਹੈ। ਗੁਰੂ ਦੇ ਪ੍ਰਤੱਖ ਦਰਸ਼ਨ ਵੀ ਕਰਨੇ ਹਨ। ਜਿਵੇਂ ਹੁਣ ਕੋਈ ਗੁਰਬਾਣੀ ਪੜ੍ਹਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਨੇ। ਜਦੋਂ ਆਪਾਂ ਗੁਰਬਾਣੀ ਦੇ ਅੱਖਰ ਪੜ੍ਹਦੇ ਹਾਂ, ਉਹ ਗੁਰੂ ਦੇ ਦਰਸ਼ਨ ਨੇ, ਪ੍ਰਤੱਖ ਦਰਸ਼ਨ ਕਰਦੇ ਹਾਂ। ਫੇਰ ਜਿਹੜਾ ਧਿਆਨ ਹੈ, ਹੁਣ ਸੁਰਤ ਦੀ ਗੱਲ ਆਈ ਹੈ ਨਾ, ਕਹਿੰਦੇ ਧਿਆਨ ਜਿਹੜਾ ਹੈ ਉਹ ਧਿਆਨ ਨੂੰ ਧਾਰਨਾ ਹੈ। ਉਹ ਧਿਆਨ ਨੂੰ ਵੀ ਗੁਰੂ ਦੇ ਨਾਲ ਜੋੜਨਾ ਹੈ, ਪਰ ਜੋੜਨਾ ਕਿਵੇਂ? ਵਿਸ਼ਨ ਦੇ ਨਾਲ, ਕਿਉਂਕਿ ਅੱਖਾਂ ਦੇ ਨਾਲ ਦੇਖਣਾ ਸੌਖਾ ਹੈ, ਧਿਆਨ ਧਾਰਨਾ ਥੋੜਾ ਜਿਹਾ ਔਖਾ ਹੈ। ਪਰ ਕਹਿੰਦੇ ਜੇ ਦਰਸ਼ਨ ਦ੍ਰਿਸ਼ਟ, ਜੇ ਦਰਸ਼ਨਾਂ ਤੇ ਦ੍ਰਿਸ਼ਟੀ ਟਿਕ ਜਾਵੇ ਤਾਂ ਜਿਹੜੇ ਹਨ ਅੰਦਰੋਂ ਧਿਆਨ ਜਿਹੜਾ ਸੁਰਤੀ ਹੈ ਉਹ ਵੀ ਟਿਕ ਜਾਂਦੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਨੇ ਆਪਾਂ ਨੂੰ ਕਨਸੈਪਟਸ ਵੀ ਸਮਝਾਉਂਦੀਆਂ ਨੇ, ਆਪਾਂ ਨੂੰ ਇਹ ਵੀ ਦੱਸਦੀਆਂ ਨੇ ਵੀ ਤੂੰ ਇਹਨੂੰ ਅਚੀਵ ਕਿਵੇਂ ਕਰਨਾ ਹੈ, ਕਿਵੇਂ ਤੂੰ ਇਹਨੂੰ ਅਚੀਵ ਕਰ ਸਕਦਾ ਹਾਂ। ਤੇ ਕਹਿੰਦੇ ਹਨ ਧਿਆਨ ਧਰ, ਧਿਆਨ ਨੂੰ ਧਾਰਨਾ ਹੈ, ਧਿਆਨ ਨੂੰ ਕੰਟੀਨਿਊਸ ਰੱਖਣਾ ਹੈ। ਗੁਰ ਮੂਰਤ ਹੋਈ, ਕਹਿੰਦੇ ਫੇਰ ਗੁਰਮੂਰਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ। ਦੇਖੋ ਗੁਰਮੂਰਤ ਨੂੰ ਹਿਰਦੇ ਵਿੱਚ ਧਾਰਨਾ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਗੁਰੂ ਸਾਹਿਬਾਨ ਨੇ ਆਪਣੇ ਸਮੇਂ ਦੇ ਵਿੱਚ ਆਪਣੀਆਂ ਪੋਰਟਰੇਟਸ ਬਣਾਈਆਂ, ਆਪਣੀਆਂ ਪੇਂਟਿੰਗਸ ਗੁਰੂ ਮਹਾਰਾਜ ਨੇ ਆਪ ਬਣਵਾਈਆਂ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਗਦਾਦ ਵਾਲੀ ਹੈ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੋ ਸੁਰਸਿੰਘ ਵਿੱਚ ਪਈ ਹੈ, ਜੋ ਕਿ ਬਾਬਾ ਬਿਧੀ ਚੰਦ ਨੇ ਬੇਨਤੀ ਕਰਕੇ ਬਣਵਾਈ ਸੀ। ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਦੀ ਵੀ ਹਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵੀ ਢਾਕੇ ਵਿੱਚ ਉੱਥੇ ਵੀ ਪੇਂਟਿੰਗ ਬਣੀ। ਦੇਖੋ ਕਿੰਨੀਆਂ ਪੇਂਟਿੰਗ ਸਨ ਜੋ ਮਹਾਰਾਜ ਜੀ ਆਪ ਆਪਣੀ ਬਣਾਇਆ ਕਰਦੇ ਸਨ। ਕਿਉਂਕਿ ਉਹ ਗੁਰੂ ਸਾਹਿਬ ਜੀ ਇਹ ਗੱਲ ਤੇ ਜਿਹੜਾ ਹਨ ਚਾਹੁੰਦੇ ਸਨ ਕਿ ਸਿੱਖਾਂ ਦੀ ਜਿਹੜੀ ਹੈ ਦ੍ਰਿਸ਼ਟੀ ਜਿਹੜੀ ਹੈ ਉਹ ਟਿਕੀ ਰਵੇ ਗੁਰੂ ਤੇ ਧਿਆਨ ਜੁੜਿਆ ਰਵੇ। ਦੇਖੋ ਨਾ, ਸ਼ਬਦ ਵਿੱਚ ਧਿਆਨ ਤਾਂ ਜੁੜੇਗਾ ਜੇ ਆਪਾਂ ਗੁਰੂ ਨਾਨਕ ਨਾਲ ਜੁੜਾਂਗੇ। ਜੇ ਗੁਰੂ ਨਾਨਕ ਦੇ ਇਤਿਹਾਸ ਨਾਲ ਨਾ ਜੁੜੇ, ਜੇ ਗੁਰੂ ਨਾਨਕ ਦੇ ਸਰੂਪ ਨਾਲ ਨਾ ਜੁੜੇ ਤੇ ਆਪਣਾ ਧਿਆਨ ਕਿੱਥੇ ਲੱਗੇਗਾ? ਸੋ ਇਸ ਕਰਕੇ ਇਹ ਇੱਕ ਜਿਹੜੀ ਹੈ ਸਟੈਪ ਬਾਈ ਸਟੈਪ ਇੱਕ ਪ੍ਰੋਸੀਜਰ ਹੈ ਜਾਂ ਇੱਕ ਪ੍ਰੋਟੋਕਾਲ ਕਹਿ ਲਈਏ, ਜਿਹਦੇ ਨਾਲ ਸਿੱਖ ਦਾ ਭਰੋਸਾ ਗੁਰੂ ਤੇ ਵੱਜਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਲੋਕ ਬਹੁਤੇ ਕਪਟੀ ਤੇ ਪਾਪੀ ਸਨ, ਉਹਨਾਂ ਨੂੰ ਕੌਤਕ ਜਾਂ ਉਹਨਾਂ ਨੂੰ ਮਿਰੇਕਲਸ ਦਿਖਾ ਕੇ ਉਹਨਾਂ ਨੂੰ ਜਿਹੜਾ ਹੈ ਅਹਿਸਾਸ ਕਰਾਇਆ। ਜਿਹੜੇ ਵੱਡੇ ਵੱਡੇ ਜਾਦੂਗਰ ਸਨ, ਮਹਾਰਾਜ ਨੇ ਉਹਨਾਂ ਦੇ ਜਾਦੂਪਣੇ ਤੋਂ ਵੱਧ ਜਿਹੜਾ ਹੈ ਪਰਮੇਸ਼ਰ ਦੀ ਸ਼ਕਤੀ ਜਿਹੜੀ ਪ੍ਰਗਟ ਕਰਕੇ ਦਿਖਾਈ। ਇਸ ਕਰਕੇ ਇਹ ਜਿਹੜਾ ਹੈ ਗੁਰੂ ਮਹਾਰਾਜ ਨੇ ਇਸ ਸੰਸਾਰ ਨੂੰ ਤਾਰਿਆ ਹੈ। ਸੋ ਗੁਰਮੂਰਤ ਜਿਹੜਾ ਹਨ ਹੋਈ, ਗੁਰੂ ਦੀ ਮੂਰਤ, ਗੁਰੂ ਦਾ ਮੂਰਤ ਜਿਹੜੀ ਹਿਰਦੇ ਵਿੱਚ ਵਸਣਾ ਚਾਹੀਦੀ ਹੈ। ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਵਿਲੋਈ। ਦੇਖੋ ਸ਼ਬਦ ਸੁਰਤ, ਫਿਰ ਗੱਲ ਸੁਰਤ ਦੀ ਆਈ ਹੈ। ਸ਼ਬਦ ਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ ਹੈ, ਪਰ ਜੋੜ ਕਰਕੇ ਕਰਨਾ ਕੀ ਹੈ? ਹੁਣ ਦੇਖੋ ਯੋਗੀ ਲੋਕ ਵੀ ਤਾਂ ਇਹੀ ਕੰਮ ਕਰਦੇ ਆ ਨਾ, ਉਹ ਧਿਆਨ ਜੋੜ ਕੇ ਬੈਠੇ ਰਹਿੰਦੇ ਨੇ, ਪਰ ਉਹ ਧਿਆਨ ਦੇ ਵਿੱਚ ਕੀ ਕਰਦੇ ਨੇ? ਕਿਤੇ ਸਵਰਗਾਂ ਨੂੰ ਚਲੇ ਜਾਂਦੇ ਨੇ, ਕਿਤੇ ਜਿਹੜੀਆਂ ਹਨ ਦੇਵਤਿਆਂ ਦੀਆਂ ਕ੍ਰੀੜਾਂ ਖੇਡਾਂ ਦੇਖਣ ਨੂੰ ਪੈ ਜਾਂਦੇ ਨੇ, ਕਿਤੇ ਉਹਨਾਂ ਦੀ ਦ੍ਰਿਸ਼ਟੀ ਹੋਰ ਕਿਤੇ ਕੋਈ ਮੁਲਕ ਵਿੱਚ ਚਲੀ ਜਾਂਦੀ ਹੈ, ਕਿਤੇ ਕੋਈ ਵਿਸ਼ੇ ਵਿਕਾਰਾਂ ਵਿੱਚ ਪੈ ਜਾਂਦੀ ਹੈ। ਹੁੰਦਾ ਤਾਂ ਉਹੀ ਸੁਰਤੀ ਹੈ, ਪਰ ਇੱਥੇ ਗੁਰੂ ਨਾਨਕ ਸਾਹਿਬ ਦਾ ਮਾਰਗ ਜਿਹੜਾ ਹੈ ਕਰ ਕੀਰਤਨ। ਕਹਿੰਦੇ ਜੇ ਧਿਆਨ ਜੋੜਿਆ ਤਾਂ ਪਰਮੇਸ਼ਰ ਦੀ ਕੀਰਤੀ ਵੀ ਤੂੰ ਕਰ,
ਪਰਮੇਸ਼ਰ ਦੀ ਕੀਰਤੀ ਵਿੱਚ ਆਪਣਾ ਜਿਹੜਾ ਹੈ ਧਿਆਨ ਨੂੰ ਜੋੜਨਾ ਕਰ, ਨਾ ਕਿ ਕੇਵਲ ਖਾਲੀ ਧਿਆਨ ਜਿਹੜਾ ਉਹ ਡੇਂਜਰਸ ਹੋ ਜਾਂਦਾ ਹੈ, ਉਹ ਕਿਤੇ ਪਾਸੇ ਵੀ ਤੁਰਿਆ ਫਿਰਦਾ ਹੈ। ਉਹ ਤਾਂ ਇਸ ਤਰ੍ਹਾਂ ਹੈ, ਧਿਆਨ ਕੀ ਹੈ, ਉਹਨਾਂ ਨੇ ਆਪਣੇ ਮਨ ਦੀਆਂ ਜਿਹੜੀਆਂ ਹਨ ਸੰਕਲਪ ਤੇ ਵਿਕਲਪ ਨੂੰ ਕੰਟਰੋਲ ਕਰਕੇ ਫੋਕਸ ਕਰਕੇ ਇੱਕ ਪਾਸੇ ਲਾਤਾ, ਇਸ ਕਰਕੇ ਉਹ ਪਾਵਰਫੁਲ ਹੋ ਜਾਂਦੀਆਂ ਨੇ। ਪਰ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਜਿਹੜੀ ਹੈ, ਕਹਿੰਦੇ ਤੂੰ ਜਿਹੜਾ ਹਨ ਜੇ ਇਕੱਠੀਆਂ ਵੀ ਕਰ ਲੀਆਂ, ਸੰਕੋਚ ਵੀ ਕਰ ਲਿਆ ਜਿਹੜੀਆਂ ਹਨ ਤੇਰੀਆਂ ਮਨੋਬ੍ਰਿਤੀਆਂ ਨੂੰ, ਪਰ ਇੱਥੇ ਕਰ ਕੀਰਤਨ, ਉਹਨਾਂ ਨੂੰ ਕੀਰਤਨ ਵਿੱਚ ਲਾ, ਪਰਮਾਤਮਾ ਦੀ ਕੀਰਤੀ ਨੂੰ ਤੂੰ ਗਾਉਣਾ ਕਰ। ਕਿੱਥੇ ਗਾ? ਕਹਿੰਦੇ ਕਿੱਥੇ ਗਾਉਣਾ ਕਰ? ਸਤ ਸੰਗ ਵਿਲੋਈ, ਸਤ ਸੰਗਤ ਵਿੱਚ ਜਾ ਕਰਕੇ ਉਸ ਸ਼ਬਦ ਨੂੰ ਦੀ ਵਿਚਾਰ ਤੂੰ ਕਰਨਾ ਕਰ। ਹੁਣ ਵਿਲੋਈ ਦਾ ਅਰਥ ਹੁੰਦਾ ਰਿੜਕਣਾ। ਰਿੜਕਣਾ ਕੀ ਆ? ਵਿਚਾਰ ਕਰ ਸ਼ਬਦ ਦੀ। ਜਦੋਂ ਕੀਰਤਨ ਵਿੱਚ ਜਿਹੜਾ ਹੈ ਚਿੱਤ ਲੱਗਿਆ ਹੋਵੇ ਤਾਂ ਉਹ ਚਿੱਤ ਜਿਹੜਾ ਹੈ ਜਦੋਂ ਉਚਾਟ ਹੋਣ ਲੱਗੇ ਤਾਂ ਉਹਨੂੰ ਸ਼ਬਦ ਦੀ ਵਿਚਾਰ ਵਿੱਚ ਲਾ ਲਾ, ਉਹਨੂੰ ਸ਼ਬਦ ਦੀ ਵਿਚਾਰ ਕਰਕੇ ਉਹਨੂੰ ਜਿਹੜਾ ਹੈ ਆਪਣੇ ਅੰਦਰ ਪਰਮਾਤਮਾ ਦੀ ਕੀਰਤੀ ਨੂੰ ਤੂੰ ਕਰਨਾ ਕਰ। ਤੂੰ ਸਮਝਣਾ ਕਰ ਕਿ ਪਰਮਾਤਮਾ ਪ੍ਰਗਟ ਰੂਪ ਵਿੱਚ ਕਿੱਥੇ ਹੈ। ਦੇਖੋ ਸਿੱਖੀ ਕੋਈ ਥਿਓਰੀਟੀਕਲ ਨਹੀਂ ਗੀ, ਇਹਦੇ ਵਿੱਚ ਪ੍ਰੈਕਟੀਕਲ ਵੀ ਹੈ। ਬੰਦੇ ਨੂੰ ਹਰ ਰੋਜ਼ ਪ੍ਰੈਕਟੀਕਲ ਕਰਨਾ ਪੈਣਾ, ਗੁਰੂ ਸ਼ਬਦ ਨੂੰ ਰਿੜਕ ਕੇ ਗੁਰੂ ਸ਼ਬਦ ਦੀ ਵਿਚਾਰ ਕਰਕੇ ਉਹਨੂੰ ਸਮਝਣਾ ਹੈ ਤੇ ਅੱਖਾਂ ਸਾਹਮਣੇ ਉਹ ਦ੍ਰਿਸ਼ਟੀਆਂ ਨੂੰ ਦੇਖਣਾ ਹੈ। ਇਹ ਸਾਹਮਣੇ ਦਿਸਦੀ ਜਿਹੜੇ ਹਨ ਦੁਨੀਆ ਨੂੰ ਇੱਕ ਐਗਜ਼ਾਮਪਲ ਉਸ ਸ਼ਬਦ ਦਾ ਪ੍ਰਗਟ ਰੂਪ ਕਰਕੇ ਜਾਣਨਾ ਪੈਣਾ ਹੈ। ਇਸ ਕਰਕੇ ਉਸ ਸ਼ਬਦ ਦੇ ਵਿੱਚ ਫਿਰ ਆਪਣਾ ਭਰੋਸਾ ਵੱਜਦਾ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਦੇਖੋ ਵਾਹਿਗੁਰੂ ਗੁਰੂ ਮੰਤਰ ਹੈ। ਵਾਹਿਗੁਰੂ ਜੋ ਸ਼ਬਦ ਹੈ, ਵਾਵਾ ਵਾਸਦੇਵ ਹਾਹਾ ਹਰ ਗੱਗਾ ਗੋਬਿੰਦ ਰਾਰਾ ਰਾਮ, ਜੋ 4 ਯੁਗਾਂ ਦਾ ਇਹ ਮੰਤਰ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਇਹ ਵਾਹਿਗੁਰੂ ਸ਼ਬਦ ਜਿਹੜਾ ਹੈ ਇਹ ਗੁਰਮੰਤਰ ਹੈ। ਇਹ ਗੁਰੂ ਦਾ ਦਿੱਤਾ ਹੋਇਆ ਮੰਤਰ ਆਪਣੇ ਸਿੱਖ ਨੂੰ ਹੈ। ਇਹਨੂੰ ਜਪ ਕਰਕੇ ਜਪ ਹਉਮੈ ਖੋਈ, ਹਉਮੈ ਜਿਹੜੀ ਅੰਦਰ ਈਗੋ ਵੱਧਦੀ ਹੈ, ਇਹਨੂੰ ਖਤਮ ਕਰਨ ਵਾਸਤੇ ਇਸ ਦਾ ਇਲਾਜ ਕੀ ਹੈ ਹਉਮੈ ਦਾ? ਇਹ ਗੁਰਮੰਤਰ ਹੈ ਵਾਹਿਗੁਰੂ। ਵਾਹਿਗੁਰੂ ਉਹ ਮੰਤਰ ਹੈ ਜਿਹਦੇ ਨਾਲ ਹਉਮੈ ਅੰਦਰੋਂ ਹੀ ਅੰਦਰ ਮੁੱਕ ਜਾਂਦੀ ਹੈ। ਇਹ ਹਉਮੈ ਐਸਾ ਰੋਗ ਹੈ ਜਿਹੜਾ ਹੈ ਬਹੁਤ ਹੀ ਮੁਸ਼ਕਲ ਰੋਗ ਹੈ। ਇਹ ਰੋਗ ਜਿਹੜਾ ਇੱਕ ਜਨਮ ਦਾ ਨਹੀਂ, ਜਨਮਾਂ ਜਨਮਾਂਤਰਾਂ ਦਾ ਰੋਗ ਹੈ। ਕਿੰਨੇ ਜਨਮਾਂ ਤੱਕ ਇਹ ਜਿਹੜਾ ਆਪਣਾ ਖਹਿੜਾ ਨਹੀਂ ਛੱਡਦਾ। ਦੇਖੋ ਬੰਦੇ ਨੂੰ ਸਰੀਰ ਰੂਪੀ ਜਿਹੜੇ ਹਨ ਭਾਂਡੇ ਨੂੰ ਜੇ ਕਿਤੇ ਕੋਈ ਬਿਮਾਰੀ ਲੱਗਦੀ ਆ ਨਾ, ਉਹ ਮੌਤ ਤੱਕ ਮੁੱਕ ਜਾਂਦੀ ਹੈ। ਪਰ ਹਉਮੈ ਐਸਾ ਰੋਗ ਹੈ ਜੋ ਮਰਨ ਤੋਂ ਬਾਅਦ ਵੀ ਬੰਦੇ ਦੇ ਨਾਲ ਹੀ ਰਹਿੰਦਾ ਹੈ ਤੇ ਅਗਲੇ ਜਨਮ ਵਿੱਚ ਵੀ ਨਾਲ ਕੰਟੀਨਿਊ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਹਉਮੈ ਦਾ ਰੋਗ ਬਹੁਤ ਭੈੜਾ ਹੈ। ਇਹਦਾ ਇਲਾਜ ਜਿਹੜਾ ਹੈ, ਦੇਖੋ ਗੁਰੂ ਨੇ ਕਿਰਪਾ ਕਰਕੇ ਗੁਰੂ ਮੰਤਰ ਜਿਹੜਾ ਵਾਹਿਗੁਰੂ ਹੈ ਇਹਨੂੰ ਪ੍ਰਗਟ ਕਰਕੇ ਹਉਮੈ ਦਾ ਇਲਾਜ ਕਰ ਦਿੱਤਾ ਸਿੱਖਾਂ ਵਾਸਤੇ। ਐਸਾ ਜਿਹੜਾ ਗੁਰੂ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਆਪਣੇ ਤੇ। ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਦੇਖੋ ਆਪ ਗਵਾਏ, ਸਿੱਖ ਕੀ ਕਰਦਾ ਹੈ? ਸਿੱਖ ਦਾ ਕੰਮ ਹੈ ਆਪਣੇ ਆਪ ਨੂੰ ਗਵਾਉਣਾ, ਆਪਣੇ ਆਪ ਨੂੰ ਗੁਰੂ ਦੇ ਉੱਤੋਂ ਨਿਸ਼ਾਵਰ ਕਰ ਦੇਣਾ, ਆਪਣੇ ਆਪ ਨੂੰ ਖਤਮ ਕਰ ਦੇਣਾ। ਆਪ ਹੈ ਉਹਨੂੰ ਜਿਹੜਾ ਹੈ ਗੁਰੂ ਹੀ ਗੁਰੂ ਕਰਕੇ ਜਾਣਨਾ, ਪਰਮੇਸ਼ਰ ਹੀ ਕਰਕੇ ਜਾਣਨਾ, ਆਪਣੇ ਆਪ ਨੂੰ ਗਵਾ ਲੈਣਾ, ਸਭ ਕੁਝ ਉਸੇ ਨੂੰ ਹੀ ਕਰਕੇ ਜਾਣਾ। ਦੇਖੋ ਨਾ, ਇੱਕ ਤਾਂ ਦ੍ਰਿਸ਼ਟੀ ਇਹ ਹੈ ਜਿਹੜਾ ਆਪਾਂ ਸੰਸਾਰ ਨੂੰ ਆਪਾਂ ਪਰਮੇਸ਼ਰ ਰੂਪ ਕਰਕੇ ਜਾਣੀਏ, ਪਰ ਇੱਕ ਦ੍ਰਿਸ਼ਟੀ ਹੋਰ ਵੀ ਹੈ ਜਿਹੜਾ ਆਪਣੇ ਆਪ ਦੇ ਵਿੱਚ ਵੀ ਪਰਮੇਸ਼ਰ ਨੂੰ ਹੀ ਦੇਖਣਾ। ਇਸ ਕਰਕੇ ਜਿਹੜਾ ਹੈ ਇਹ ਇੱਕ ਐਸਾ ਜਿਹੜਾ ਸਪਿਰਿਚੁਅਲ ਲੈਵਲ ਹੈ ਜਿਹੜਾ ਕਿ ਬਹੁਤ ਉੱਚਾ ਹੈ, ਜਿਹਦੇ ਕਰਕੇ ਆਪਣੇ ਆਪ ਵਿੱਚ ਵੀ ਪਰਮੇਸ਼ਰ ਹੀ ਵਰਤਦਾ ਦਿਸੇ। ਉਹ ਫਿਰ ਉੱਥੇ ਹਉਮੈ ਮੁੱਕ ਜਾਂਦੀ ਹੈ। ਹੁਣ ਇੱਥੇ ਭਾਈ ਗੁਰਦਾਸ ਨੇ ਦੱਸਿਆ ਕਿ ਹਉਮੈ ਮੁੱਕਣ ਦਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ? ਜਦੋਂ ਆਪਾਂ ਨੂੰ ਆਪਣੇ ਆਪ ਦੇ ਵਿੱਚ ਵੀ ਪਰਮੇਸ਼ਰ ਵਰਤਦਾ ਦਿਸੇ, ਜੋ ਆਪਣੇ ਆਪ ਦੇ ਵਿੱਚ ਵੀ ਪਰਮੇਸ਼ਰ ਹੀ ਸਾਰੇ ਕਾਰਜ ਕਰਦਾ ਦਿਸੇ। ਸੋ ਜਿਹਨੂੰ ਅਕਰਮ ਦੀ ਅਵਸਥਾ ਵੀ ਕਿਹਾ ਹੈ, ਜਿੱਥੇ ਕਰਮ ਮੁੱਕ ਜਾਂਦੇ ਨੇ। ਸੋ ਐਸਾ ਜਿਹੜਾ ਹੈ ਗੁਣ ਗੁਣੀ ਪਰੋਈ। ਦੇਖੋ ਗੁਣ ਜਿਹੜੇ ਹਨ ਉਹ ਪਰਮੇਸ਼ਰ ਗੁਣੀ ਦੇ ਵਿੱਚ ਹੀ ਪਰੋ ਦਿੱਤੇ। ਮਤਲਬ ਉਹ ਗੁਣਾਂ ਦਾ ਹੰਕਾਰ ਨਹੀਂ ਕੀਤਾ ਵੀ ਮੇਰੇ ਵਿੱਚ ਇਹ ਗੁਣ ਨੇ, ਉਹ ਨਹੀਂ, ਉਹ ਵੀ ਗੁਣ ਜਿਹੜੇ ਪਰਮੇਸ਼ਰ ਗੁਣੀ ਦੇ ਵਿੱਚ ਪਰੋ ਦਿੱਤੇ, ਉਸੇ ਦੇ ਸਿਮਰਨ ਵਿੱਚ ਲਾ ਦਿੱਤੇ। ਜੋ ਵੀ ਆਪਣੇ ਵਿੱਚ ਦਿਸਦਾ ਹੈ ਕਿ ਮੇਰੇ ਵਿੱਚ ਇਹ ਚੀਜ਼ ਚੰਗੀ ਹੈ, ਉਹਨੂੰ ਪਰਮਾਤਮਾ ਨਾਲ ਜੋੜ ਦਿੱਤੀ। ਉਹ ਪਰਮਾਤਮਾ ਦੀ ਕਿਰਪਾ, ਉਹ ਪਰਮਾਤਮਾ ਦਾ ਜਿਹੜਾ ਹੈ ਇੱਕ ਬਲੇਸਿੰਗਸ ਜਾਣ ਕੇ ਉਹਨਾਂ ਪਰਮਾਤਮਾ ਦੇ ਹੀ ਗੁਣ ਗਾਉਣੇ ਸ਼ੁਰੂ ਕਰਦੇ। ਦੇਖੋ ਨਾ, ਹੰਕਾਰ ਜਦੋਂ ਆਉਂਦਾ ਉਹ ਆਪਣੇ ਆਪ ਨੂੰ ਖਤਮ ਕਰਦਾ ਹੈ ਨਾ। ਹੁੰਦੇ ਤਾਂ ਉਹ ਵੀ ਗੁਣ ਨੇ, ਉਹਦਾ ਹੰਕਾਰ ਜਦੋਂ ਆਉਂਦਾ ਹੈ ਆਪਾਂ ਆਪਣੇ ਆਪ ਨੂੰ ਖਤਮ ਕਰਦੇ ਹਾਂ। ਪਰ ਜੇ ਅਗਰ ਉਹੀ ਗੁਣ ਜਦੋਂ ਆਪਣੇ ਆਪ ਦੇ ਅੰਦਰ ਵੀ ਦਿਸਦੇ ਨੇ, ਉਹ ਗੁਣਾਂ ਨੂੰ ਜੇ ਗੁਣੀ ਪਰੋਏ, ਜੇ ਗੁਣ ਪਰਮੇਸ਼ਰ ਗੁਣੀ ਦੇ ਵਿੱਚ ਪਰੋਏ ਜਾਣ, ਦੱਸੇ ਜਾਣ ਵੀ ਇਹ ਵੀ ਪਰਮਾਤਮਾ ਤੂੰ ਹੀ ਹੈ,
ਤਾਂ ਉਹਦੇ ਨਾਲ ਕੀ ਹੁੰਦਾ ਹੈ? ਪਰਮਾਤਮਾ ਦੇ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ। ਸੋ ਇਹ ਅਵਸਥਾ ਜਿਹੜੀ ਹੈ ਭਾਈ ਗੁਰਦਾਸ ਜੀ ਨੇ ਇਹ ਦੂਜੀ ਪੌੜੀ ਵਿੱਚ ਆਪਾਂ ਨੂੰ ਦੱਸੀ ਹੈ। ਇਸ ਕਰਕੇ ਜਿਹੜਾ ਹੈ ਪਰਮਾਤਮਾ ਹੀ ਪਰਮਾਤਮਾ ਸਾਰੇ ਪਾਸੇ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।